देश दुनिया च वसते पंजाबियों को खुश आमदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, आदेश प्रताप सिंह कैरों का माझे के एक हल्के च अचनचेत प्रगट होना जी ये सिर्फ कैरों वर्सेस वलटोआ लड़ाई समझण वालियां दी बिल्कुल ठीक एक वड्डी अणजाणता होगी बादल की राजनीति नूं समझण च। जी दहाकिਆਂ तक फैली हुई सदा प्रकाश सिंह बादल की राजनीति नूं नेड़ियों जानन वाले ये जानते हैं कि ये बादल का अपना हुक्म का यक्का भी हो सकता। बिल्कुल ठीक है ਜਿਹੜੇ ਕਹਿੰਦੇ ਨੇ ਕਿ ਕੈਰੋਂ ਵਰਸਸ ਵਲਟੋਆ ਜੀ ਇਹ ਜੰਗ ਮਾਝੇ ਤੱਕ ਸੀਮਤ ਆ, ਨਹੀਂ ਨਹੀਂ ਉਹ ਵੀ ਕਿਸੇ ਭੁਲੇਖੇ ਦਾ ਸ਼ਿਕਾਰ ਹੋਣਗੇ। ਨਾ ਇਹ ਵੱਡੇ ਕੈਨਵਸ ਤੇ ਕੋਈ ਹੋਰ ਰੰਗ ਵੀ ਦੇਖੇ ਜਾ ਸਕਦੇ। ਬਿਲਕੁਲ ਠੀਕ ਹੈ ਜਿਹੜੇ ਸਦਾ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਨੂੰ ਸਮਝਦੇ ਨੇ ਉਹਨਾਂ ਨੂੰ ਪਤਾ ਹੈ ਕਿ ਬਿਨਾਂ ਬੋਲਿਆਂ ਲੋਕਾਂ ਦੀ ਭੂਮਿਕਾ ਨਿਰਧਾਰਿਤ ਕਰ ਦੇਣ ਵਾਲੇ ਤੇ ਖਤਮ ਕਰ ਦੇਣ ਵਾਲੇ ਬਾਦਲ ਜੀ ਜੀ ਜਦੋਂ ਅਸ਼ੋਪਲੇ ਆਪਣੇ ਪੁੱਤਰ ਨੂੰ ਰਾਜਨੀਤੀ ਚ ਲਿਆਉਂਦੇ ਆ ਤੇ ਇਹ ਸਫ਼ਰ 10 12 15 ਸਾਲ ਤੱਕ ਲੰਬਾ ਹੋ ਜਾਂਦਾ ਕਿ ਉਹਨਾਂ ਨੂੰ ਸਿਆਸਤ ਚ ਸਥਾਪਿਤ ਕਰਤਾ ਜਾਵੇ। ਬਿਲਕੁਲ ਠੀਕ ਹੈ ਕਿ ਇਸ ਵੇਲੇ ਫਿਰ ਇੱਕ ਅਣਸਰ ਦੀ ਲੋੜ ਹੋਊਗੀ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਅੱਗੇ ਵਧਾਉਣ ਲਈ ਆਪਣੇ ਸਾਨਨ-ਲਾ ਆਪਣੇ ਜਵਾਈ ਨੂੰ ਮਾਝੇ ਦੇ ਵਿੱਚ ਸਰਗਰਮ ਕਰਤਾ ਗਿਆ। ਬਿਲਕੁਲ ਠੀਕ ਹੈ ਜਿਹੜੇ ਲੋਕ ਸਮਝਦੇ ਆ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋ ਸਕਦਾ ਕਿਸੇ ਦੂਜੀ ਪਾਰਟੀ ਚ ਜਾਣ ਦੀ ਚਾਹ ਰੱਖਦੇ ਹੋਣ, ਜਿਹੜੇ ਇਹ ਸਮਝਦੇ ਹੋਣਗੇ ਕਿ ਇਹ ਤੇ ਅਚਨਚੇਤ ਦੋ ਹਲਕਿਆਂ ਦੀ ਲੜਾਈ ਆ, ਉਹ ਭੁੱਲ ਰਹੇ ਹੋਣਗੇ ਕਿ ਇਹ ਲੜਾਈ ਕਿਸੇ ਬਹੁਤ ਵੱਡੇ ਮਕਸਦ ਨੂੰ ਸਿੱਧਤ ਵੀ ਹੋ ਸਕਦੀ। ਉਹਨਾਂ ਲੋਕਾਂ ਦੀ ਸੋਚ ਜਿਹੜੀ ਆ ਉਹਨੂੰ ਕਹਿ ਲਓ ਕਿ ਹਲਕਾ ਖੇਮਕਰਨ ਤੱਕ ਜਾਂ ਹਲਕਾ ਪੱਟੀ ਤੱਕ ਹੀ ਸੀਮਤ ਹੋਏਗੀ, ਇਹ ਤੋਂ ਗਾਂ ਨਹੀਂ ਹੋਏਗੀ। ਲੇਕਿਨ ਜਿਹੜੀ ਸਾਡੇ ਕੋਲ ਸੋਚਣਾ ਉਹ ਸੋਚਣਾ ਸਪਸ਼ਟ ਹੈ ਕਿ ਸਿਰਫ ਹਲਕਾ ਖੇਮਕਰਨ ਹੀ ਨਹੀਂ, ਮਾਝੇ ਦੇ ਕਈ ਹੋਰ ਹਲਕਿਆਂ ਦੇ ਵਿੱਚ ਇਹ ਐਕਟੀਵਿਟੀ ਇੱਕ ਦੋ ਦਿਨ ਰੰਗ ਸਰੂਪ ਧਾਰਨ ਵਾਲੀ ਜੀ। ਮਾਝੇ ਦੇ ਕੁਝ ਹੋਰ ਹਲਕਿਆਂ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਮੌਜੂਦਗੀ ਵੇਖੀ ਜਾਊਗੀ, ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਦਾ ਇੱਕ ਹਲਕਾ ਔਰ ਅੰਮ੍ਰਿਤਸਰ ਦਾ ਇੱਕ ਹਲਕਾ ਉਹ ਵੀ ਹੋਊਗਾ। ਇਸ ਤਰ੍ਹਾਂ ਦੀ ਬਸਾਤ ਵਿਸ਼ੀ ਗਈ ਜਾਂ ਵਿਛਾਤੀ ਗਈ? ਵਿਸ਼ੀ ਤਾਂ ਨਹੀਂ ਹੈ, ਪਿੱਛੇ ਸੂਤਰਧਾਰ ਤੇ ਕੋਈ ਹੋਰ ਹੈ। ਕੱਲੇ ਸੂਤਰਧਾਰ ਨਹੀਂ, ਜਿਨ੍ਹਾਂ ਨੇ ਦਹਾਕਿਆਂ ਤੱਕ ਆਪਣੀ ਰਾਜਨੀਤੀ ਨੂੰ ਵਿਸਥਾਰ ਦੇਣ ਲਈ, ਬਿਲਕੁਲ ਆਪਣੀ ਵਿਰਾਸਤ ਨੂੰ ਅੱਗੇ ਟ੍ਰਾਂਸਫਰ ਕਰਨ ਲਈ ਪੂਰਾ ਕੁਝ ਦਾਅ ਤੇ ਲਾਤਾ। ਰਾਜਨੀਤੀ ਦਾ ਬੁਨਿਆਦੀ ਸਿਧਾਂਤ ਸੰਕਲਪ ਪਾਸੇ ਰੱਖ ਕੇ ਇੱਕ ਦਿਸ਼ਾ ਨੂੰ ਅੱਗੇ ਵਧੇ। ਜੇ ਉਹਦੇ ਚ ਕੋਈ ਅੜਚਣ ਹੋਵੇ, ਹਰਡਲ ਹੁੰਦੀ ਹੋਵੇ, ਤੇ ਫਿਰ ਕੋਈ ਨਵਾਂ ਦਾਅ ਖੇਡਣਾ ਕੋਈ ਬਹੁਤਾ ਮਾੜਾ ਨਹੀਂ ਹੁੰਦਾ। ਔਰ ਜਿਸ ਸ਼ਖਸ ਨੇ ਇੱਕ ਮਜ਼ਬੂਤ ਜਿਹੜੀ ਅੰਤਰਰਾਸ਼ਟਰੀ ਜਾਂ ਨੈਸ਼ਨਲ ਪਾਰਟੀ ਜਿਹੜੀ ਆ ਇੱਕ ਉਹਦੇ ਨਾਲ ਵਾਹ ਪਿਆ ਹੋਵੇ ਔਰ ਉਹਨੂੰ ਮਾਤ ਦਿੱਤੀ ਹੋਵੇ, ਉਹ ਅੱਜ ਆਪਣੀ ਇੱਕ ਹਲਕੇ ਤੋਂ ਮਾਤ ਖਾ ਜਾਵੇ, ਇਹ ਮੰਨਣ ਚ ਨਹੀਂ ਆਉਂਦੀ। ਨਹੀਂ, ਮੈਂ ਤੁਹਾਡੀ ਗੱਲ ਨੂੰ ਪੂਰੀ ਤਰ੍ਹਾਂ ਸਮਝਿਆ ਨਹੀਂ, ਪਰ ਫਿਰ ਵੀ ਮੈਂ ਗੱਲ ਨੂੰ ਅੱਗੇ ਵਧਾਉਣਾ। ਅਸੀਂ ਅੱਗੇ ਜਾ ਕੇ ਇਹਨਾਂ ਚੀਜ਼ਾਂ ਨੂੰ ਕਰਾਂਗੇ। ਦੋਸਤੋ, ਅਚਨਚੇਤ ਮਾਝੇ ਦੇ ਵਿੱਚ ਉਬਾਲ ਪੈਦਾ ਹੋ ਜਾਂਦਾ ਬਾਦਲ ਦੇ ਜਵਾਈ ਔਰ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਆ ਚ। ਇਹਨੂੰ ਜਿਹੜੇ ਇਵੇਂ ਸਮਝ ਰਹੇ ਆ ਕਿ ਇਹ ਦੋ ਬੰਦਿਆਂ ਦੀ ਲੜਾਈ ਆ ਜਿਹੜੇ ਇੱਕ ਦੂਜੇ ਨੂੰ ਤਲਖੀ ਚ ਬੋਲ ਰਹੇ ਆ। ਇਹ ਸਿਰਫ ਇਸ ਇੱਕ ਟਿਕਟ ਦੀ ਲੜਾਈ ਆ ਜਿਹੜੇ ਇਹਨੂੰ ਸੀਮਤ ਕਰ ਰਹੇ ਆ। ਸ਼ਾਇਦ ਉਹਨਾਂ ਨੂੰ ਅਕਾਲੀ ਪੋਲਿਟਿਕਸ ਨੂੰ ਥੋੜਾ ਨੀਚ ਲਾ ਕੇ ਤੱਕਣਾ ਪਊਗਾ। ਜਦੋਂ ਮਾਝੇ ਦੇ ਵਿੱਚ ਰਾਜਨੀਤੀ ਪਰਿਵਾਰ ਦੇ ਦੁਆਲੇ ਘੁੰਮ ਰਹੀ ਸੀ, ਸਹੀ ਗੱਲ, ਬਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਫੈਸਲੇ ਲੈਣ ਵਾਲਾ ਮਾਝੇ ਦੇ ਵਿੱਚ ਕੋਈ ਨਜ਼ਰ ਨਹੀਂ ਸੀ ਆ ਰਿਹਾ। ਸਹੀ ਗੱਲ। ਇੱਕ ਬੰਨੇ ਵਿਧਾਨ ਸਭਾ ਦੇ ਵਿੱਚ ਤਗੜੀ ਲੜਾਈ ਚੱਲ ਰਹੀ ਸੀ, ਵਿਧਾਨ ਸਭਾ ਦੇ ਬਾਹਰ ਜਿਹੜਾ ਪੰਜਾਬ ਪੁੱਛਦਾ ਹੈ, ਪੰਜਾਬ ਮੰਗਦਾ, ਜਵਾਬ ਮੰਗਦਾ, ਪੰਜਾਬ ਜਵਾਬ ਮੰਗਦਾ, ਇਹ ਮੁਹਿੰਮ ਚਲਾਈ ਗਈ ਹੈ। ਇੱਕ ਬੰਨੇ ਜਿੱਥੇ ਅਕਾਲੀ ਦਲ ਆਮ ਆਦਮੀ ਪਾਰਟੀ ਤੋਂ ਉਹਦੀ ਜਿਹੜੀ ਵਿਰੋਧੀ ਧਿਰ ਵਾਲੀ ਭੂਮਿਕਾ ਉਹ ਖੋ ਕੇ ਆਪ ਹੋ ਜਾਂਦਾ ਅੱਗੇ, ਔਰ ਹਰ ਜਗ੍ਹਾ ਬਿਕਰਮ ਸਿੰਘ ਮਜੀਠੀਆ ਨਜ਼ਰ ਆ ਰਹੇ। ਬਿਲਕੁਲ। ਉਦੋਂ ਅਚਨਚੇਤ ਉਹਨਾਂ ਦੇ ਆਪਣੇ ਉਸਾਰੇ ਮਹਿਲ ਦੇ ਅੰਦਰ ਇੱਕਦਮ ਭੰਬੂਕਾ ਵੱਜਦਾ ਹੈ। ਬਿਲਕੁਲ ਸਹੀ ਗੱਲ। ਇਹਨੂੰ ਹੁਣ ਜੇ ਸੀਮਤ ਸਿਰਫ ਇੱਕ ਪੱਟੀ ਤੱਕ, ਕੈਰੋਂ ਤੱਕ ਜਾਂ ਵਲਟੋਏ ਤੱਕ ਜਾਂ ਹਲਕੇ ਖੇਮਕਰਨ ਤੱਕ ਕਰੋਗੇ, ਇਹ ਮੇਰੇ ਖਿਆਲ ਜ਼ਿਆਦਤੀ ਹੋਊਗੀ ਰਾਜਨੀਤੀ ਨੂੰ ਸਮਝ। ਔਰ ਖਾਸ ਕਰਕੇ ਜਦੋਂ ਵੀ ਤੁਸੀਂ ਮਾਝੇ ਨੂੰ ਵੇਖੋਗੇ ਤੇ ਫਿਰ ਮਾਝੇ ਦੀ ਜਰਨੈਲੀ ਦੀ ਲੜਾਈ ਜਿਹੜੀ ਆ ਉਹਦੇ ਚ ਕਈ ਘਾਗ ਜਿਹੜੇ ਨੇ ਉਹ ਮਾਤ ਖਾ ਗਏ ਨੇ। ਇਹ ਤੁਹਾਡੇ ਸਾਹਮਣੇ ਹੀ ਆ। ਇਸ ਵਾਰੀ ਪਿੱਛੇ ਬੇਸ਼ੱਕ ਮਾਝੇ ਦੀ ਜਰਨੈਲੀ ਦੀ ਲੜਾਈ ਰਹੀ ਹੋਵੇ, ਲੇਕਿਨ ਇਸ ਵਾਰੀ ਇਹ ਲੜਾਈ ਮਾਝੇ ਦੀ ਜਰਨੈਲੀ ਦੀ ਨਹੀਂ, ਇਹ ਲੜਾਈ ਪੰਜਾਬ ਦੀ ਜਰਨੈਲੀ ਲਈ ਆ। ਇਹ ਅਕਾਲੀ ਦਲ ਦੇ ਅੰਦਰ ਦਾ ਜਿਹੜਾ ਯੋਧਾ, ਗ੍ਰਹਿ ਯੋਧਾ, ਸੱਤਾ ਯੋਧਾ, ਇਹ ਉਥੋਂ ਸਿੱਧਤ ਆ। ਇਹ ਸੂਚਕ ਆ ਕਿ ਲੜਾਈ ਜਿਹੜੀ ਆ ਉਹ ਹੁਣ ਇੱਕ ਸੈਂਟਰ ਦੀ ਆ। ਬਿਲਕੁਲ, ਇਹ ਹੁਣ ਇੱਕ ਕੇਂਦਰ ਦੀ ਲੜਾਈ ਹੈ।
ਹੁਣ ਕਮਾਨ ਜਿਹੜੀ ਆ ਉਹ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿੱਚ ਹੋਏਗੀ। ਜਿਹੜੇ ਸਮਝ ਰਹੇ ਹੋਣਗੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲਗਭਗ ਮਹੀਨਿਆਂ ਤੋਂ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਚੁੱਕੇ ਆ, ਜਿਹੜੇ ਸੋਚ ਰਹੇ ਆ ਕਿ ਬਾਦਲ ਸਾਹਿਬ ਕਿਤੇ ਨਜ਼ਰ ਨਹੀਂ ਆਉਂਦੇ, ਉਹਨਾਂ ਨੂੰ ਆਦੇਸ਼ ਪ੍ਰਤਾਪ ਕੈਰੋਂ ਦੇ ਰੂਪ ਚ ਚੱਲੀ ਚਾਲ ਨੂੰ ਸਮਝਣਾ ਪਊਗਾ। ਬਿਲਕੁਲ ਸਮਝਣਾ ਪਊਗਾ, ਕਿਉਂਕਿ ਜਿਹੜੇ ਕੈਰੋਂ ਲਗਭਗ ਕਾਫੀ ਅਰਸੇ ਤੋਂ ਚੁੱਪ ਸੀ, ਰਾਜਨੀਤੀ ਦੇ ਵਿੱਚ ਸਰਗਰਮ ਨਹੀਂ ਸੀ, ਬਿਲਕੁਲ ਉਹਨਾਂ ਨੇ ਅਚਨਚੇਤ ਸਰਗਰਮੀ ਆਰੰਭੀ ਆ। ਇਹਦੇ ਕੋਈ ਕਾਰਨ ਤਾਂ ਹੋਣਗੇ। ਸਾਹਮਣੇ ਵਿਧਾਨ ਸਭਾ ਚੋਣ ਹੈ ਨਹੀਂ ਅਜੇ, ਕਿਸਾਨੀ ਮੂਵਮੈਂਟ ਚੱਲ ਰਹੀ ਹੈ। ਐਸੀ ਸਿਆਸੀ ਸਰਗਰਮੀ ਦੀ ਤੁਰੰਤ ਨਹੀਂ ਸੀ ਲੋੜ। ਜੇ ਲੋੜ ਸੀ ਤਾਂ ਫਿਰ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਹੈ। ਬਿਲਕੁਲ ਹੁਣ ਇਸ ਲੋੜ ਦੇ ਵਿੱਚ ਇਹ ਅਚਨਚੇਤ ਏਡਾ ਹੱਲਾ ਮਚ ਜਾਂਦਾ। 15 ਤਰੀਕ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਆਉਣ ਦੀ ਗੱਲ ਹੋ ਰਹੀ ਹੈ। ਵਿਰਸਾ ਸਿੰਘ ਵਲਟੋਆ ਕਹਿ ਰਿਹਾ ਕਿ ਮੇਰੀ ਤੇ ਟਿਕਟ ਐਲਾਨਣੀ ਉਹਨਾਂ ਨੇ। ਸੁਖਬੀਰ ਸਿੰਘ ਬਾਦਲ ਉਸ ਦਿਨ ਅਨਾਉਂਸ ਕਰਨਗੇ ਪੰਜਾਬ ਦੀ ਪਹਿਲੀ ਟਿਕਟ। ਬਿਲਕੁਲ। ਹੁਣ ਇਹ ਸਵਾਲ ਇਹ ਹੈ ਕਿ ਵਲਟੋਆ ਤਾਂ ਸ਼ਾਂਤ ਹੋ ਜਾਣਗੇ, ਬਿਲਕੁਲ, ਲੇਕਿਨ ਕੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਲਈ ਇਹ ਸਥਿਤੀ ਸੁਖਾਵੀਂ ਹੋਊਗੀ? ਹੁਣ ਕੀ ਇਹ ਜਿਹੜੀ ਜੰਗ ਹੈ ਇਹਨੂੰ ਤੁਸੀਂ ਪਿਛਲੀਆਂ ਪਾਰਲੀਮਾਨੀ ਚੋਣਾਂ ਨਾਲ ਵੀ ਜੋੜ ਕੇ ਵੇਖ ਸਕਦੇ ਹੋ? ਬਿਲਕੁਲ, ਸਭ ਕੁਝ ਕਰਨਾ ਪਏਗਾ ਤੁਹਾਨੂੰ। ਇੱਕ ਸੂਚਨਾ ਸਾਡੇ ਕੋਲ ਸੀ ਕਿ ਜਿਹੜੀ ਲੰਘੀ ਪਾਰਲੀਮਾਨੀ ਚੋਣ ਹੈ ਉਸ ਮੌਕੇ ਤੇ ਪਰਿਵਾਰ ਦੇ ਵਿੱਚ ਕਿਤੇ ਇਹ ਸਿਧਾਂਤਕ ਸਹਿਮਤੀ ਹੋਈ ਸੀ ਕਿ ਤਰਨਤਾਰਨ ਨਾਲ ਸੰਬੰਧਿਤ ਟਿਕਟਾਂ ਦੇ ਸਾਰੇ ਫੈਸਲੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕਰ ਲੈਣ। ਔਰ ਉੱਥੇ ਜਿਹੜੀ ਰੈਲੀ ਰੱਖੀ ਗਈ ਸੀ ਜੀ, ਜਿਹੜੀ ਬਿਕਰਮ ਸਿੰਘ ਮਜੀਠੀਆ ਉਹਨਾਂ ਨੇ ਜਿਸੇ ਜਾਣਾ ਸੀ, ਉਹ ਰੈਲੀ ਆਖਰ ਤੇ ਕਿੱਧਰ ਗਈ? ਫਿਰ ਯੂਥ ਵਾਲੀ ਕੀ ਹੋਇਆ ਸੀ ਉਸ ਰੈਲੀ ਦਾ? ਬੀਬੀ ਜਗੀਰ ਕੌਰ ਦੇ ਜਿਹੜੇ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਦੀ ਇਲੈਕਸ਼ਨ ਮੌਕੇ ਚੋਣ ਇੰਚਾਰਜ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸੀ। ਬਿਲਕੁਲ, ਫੈਸਲਾ ਹੋਇਆ ਸੀ, ਇਹ ਪੁਸ਼ਟੀ ਸੂਤਰ ਕਰਦੇ ਆ ਕਿ ਪਰਿਵਾਰ ਦੇ ਵਿੱਚ ਕੈਰੋਂ ਨੂੰ ਤਰਨਤਾਰਨ ਹਲਕੇ ਦੇ ਵਿੱਚ ਫੈਸਲੇ ਲੈਣ ਦੇ ਅਧਿਕਾਰਤ ਕੀਤਾ। ਬਿਲਕੁਲ ਸਹੀ ਗੱਲ। ਅੱਜ ਐਸੀ ਕਿਹੜੀ ਜ਼ਰੂਰਤ ਪਈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜਿਹੜੇ ਕਿ ਘੱਟ ਬੋਲਣ ਲਈ ਜਾਣੇ ਜਾਂਦੇ ਆ ਜੀ, ਔਰ ਸਭ ਇੱਕ ਭਾਸ਼ਾ ਤੱਕ ਸੀਮਤ ਰਹਿੰਦੇ, ਪਿੱਛੇ ਰਹਿ ਕੇ ਚੱਲਦੇ ਆ। ਬਿਲਕੁਲ, ਅਕਾਲੀ ਰਾਜਨੀਤੀ ਦੇ ਵਿੱਚ ਬਹੁਤਾ ਕਿਸੇ ਦੇ ਅੱਗੇ ਨਹੀਂ ਆਉਂਦੇ, ਲੇਕਿਨ ਉਹ ਆ ਕੇ ਇੱਕ ਨਵੀਂ ਲੜਾਈ ਛੇੜ ਦਿੰਦੇ। ਬਿਲਕੁਲ। ਔਰ ਦੇਖੋ, ਵੱਡੀ ਗੱਲ ਹੈ ਕਿ ਜਿਸ ਹਲਕੇ ਤੋਂ ਉਹ ਪਹਿਲਾਂ ਚੋਣ ਲੜਦੇ ਨੇ ਉਹਦੇ ਬਾਰੇ ਨਹੀਂ ਜੀ, ਉਹ ਦੂਸਰੇ ਨਵੇਂ ਹਲਕੇ ਬਾਰੇ ਜਾ ਕੇ ਇਨਕਸ਼ਾਫ ਕਰਦੇ ਨੇ, ਮੈਂ ਤਾਂ ਉੱਥੋਂ ਲੜਾਂਗਾ। ਇਹ ਹੁਣ ਲੜਾਈ ਜਿਹੜੀ ਨਵੀਂ ਛੇੜੀ ਗਈ ਹੈ ਕਿ ਕੰਟਰੋਵਰਸੀਜ਼ ਤੋਂ ਬਚਣ ਵਾਲਾ ਬੰਦਾ ਜੀ, ਅਕਸਰ ਵਿਵਾਦਾਂ ਤੋਂ ਪਰੇ ਰਹਿਣ ਵਾਲਾ ਬੰਦਾ, ਬਿਲਕੁਲ, ਉਹ ਅਚਨਚੇਤ ਵਿਵਾਦ ਪੈਦਾ ਕਿਉਂ ਕਰਦਾ ਹੈ? ਦੇਖੋ, ਜਦੋਂ ਉਹ ਖੁਦ ਕਰ ਰਿਹਾ ਜਾਂ ਉਹਨੂੰ ਕਿਸੇ ਤਰ੍ਹਾਂ ਦਾ ਸੰਕੇਤ ਦਿੱਤਾ ਗਿਆ ਕਿ ਹੁਣ ਇਹ ਠਿੱਲ ਪੈ, ਤੇਰੀ ਲੋੜ ਹੈ? ਦੇਖੋ, ਤੁਹਾਡੇ ਸਾਹਮਣੇ ਨਗਰ ਨਿਗਮ ਚੋਣਾਂ ਗਈਆਂ, ਮੋਹਾਲੀ ਦੀ ਗੱਲ ਕਰ ਲਓ ਜੀ। ਕੁਲਵੰਤ ਸਿੰਘ ਮੇਅਰ ਸਨ, ਉਹਨਾਂ ਨੇ ਬਗਾਵਤ ਕੀਤੀ, ਪਾਰਟੀ ਨੇ 1 ਮਿੰਟ ਨਹੀਂ ਲਾਇਆ, ਫੈਸਲਾ ਲਿਆ, ਕੁਲਵੰਤ ਸਿੰਘ ਹੋਰੀ ਖੇਡ ਚੋਂ ਬਾਹਰ ਕਰ ਦਿੱਤੇ ਜੀ। ਉੱਥੇ ਆਖਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਸਾਰਾ ਪ੍ਰਬੰਧ ਸੀ ਜੀ, ਲੇਕਿਨ ਪਾਰਟੀ ਨੇ ਫੈਸਲਾ ਲੈਣ ਲੱਗਿਆ 1 ਸਕਿੰਟ ਨਹੀਂ ਲਾਇਆ। ਔਰ ਅਸੀਂ ਦੇਖ ਰਹੇ ਕਿ ਕੱਲ ਦੁਪਹਿਰ ਦੀ ਇਹ ਖਬਰ ਚੱਲ ਰਹੀ ਹੈ, ਅਜੇ ਤੱਕ ਸਾਰੇ ਪਾਸੇ ਖਾਮੋਸ਼ੀ ਆ। ਇਹਦਾ ਮਤਲਬ ਜੇ ਖਾਮੋਸ਼ੀ ਹੈ ਤੇ ਇਹ ਉਹ ਸ਼ਾਂਤੀ ਆ ਜਿਹੜੀ ਤੂਫਾਨ ਤੋਂ ਪਹਿਲਾਂ ਵਾਲੀ ਹੈ ਜਾਂ ਤੂਫਾਨ ਤੋਂ ਬਾਅਦ ਵਾਲੀ? ਸਰਦਾਰ ਜੀ, ਸ਼ਾਂਤੀ ਹੈ ਨਹੀਂ। ਵਿਰਸਾ ਸਿੰਘ ਵਲਟੋਆ ਕੂਕ ਕੇ ਕਹਿ ਰਿਹਾ ਹਾਂ ਕਿ ਇਹ ਕੌਣ ਨੇ? ਠੀਕ ਹੈ, ਇਹ ਪਾਰਟੀ ਲਈ ਵਫਾਦਾਰ ਕਦੇ ਵੀ ਨਹੀਂ ਸੀ। ਬਿਲਕੁਲ। ਉਹਨਾਂ ਦਾ ਜਿਹੜਾ ਆਊਟਬਸਟ ਆ, ਜਿਹੜਾ ਉਹਨਾਂ ਦਾ ਆਪਣਾ ਲਹਿਜਾ ਜਿਹੜਾ ਉਹਨਾਂ ਦਾ ਹੈਗਾ, ਇੱਕ ਵਿਵਾਕੀ ਜਿਹੜੀ ਖੁੱਲ ਕੇ ਬੋਲਣਾ, ਜਿਹੜੀ ਉਹਨਾਂ ਦੀ ਬੇਚੈਨੀ ਹੈ, ਉਹ ਬੇਚੈਨੀ ਇਹ ਦੱਸ ਰਹੀ ਆ ਕਿ ਮੈਂ ਅਕਾਲੀ ਦਲ ਲਈ ਲੜ ਰਿਹਾ ਤੇ ਮੇਰੇ ਤੇ ਹਮਲਾ ਕੀਤਾ ਗਿਆ, ਤੇ ਹਮਲਾ ਕਿਹਦੇ ਵੱਲੋਂ ਕੀਤਾ ਗਿਆ? ਜਿਹੜਾ ਪਰਿਵਾਰ ਦਾ ਮੈਂਬਰ। ਬਿਲਕੁਲ। ਤੁਸੀਂ ਮੈਨੂੰ ਦੱਸੋ, ਜਿਹੜੀ ਸਭ ਤੋਂ ਵੱਡੀ ਗੱਲ ਕਹਿਣ ਦੇ ਨੇ, ਜਿਹੜੀ ਗੱਲ ਅਖਬਾਰਾਂ ਨੇ ਛਾਪੀ ਆ, ਉਹ ਕਹਿੰਦੇ ਨੇ ਕਿ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਆ, ਇਹ ਦਾਜ ਚ ਆਇਆ ਹੋਇਆ ਕੁਛ ਨਹੀਂ। ਇਹਦਾ ਮਤਲਬ ਕਿ ਸਿੱਧਾ ਹਮਲਾ ਕੀਤਾ ਜਾ ਰਿਹਾ। ਸਿੱਧਾ ਹਮਲਾ ਫਿਰ ਕਿਹਦੇ ਤੇ ਆ? ਦੇਖੋ, ਆਪਾਂ ਜਿਸ ਕਲਚਰ 'ਚ ਜੀਨੇ ਆ ਜੀ, ਉਸ ਕਲਚਰ ਦੇ ਵਿੱਚ ਮੈਨੂੰ ਇਹ ਸਮਝਾਓ ਕਿ ਘਰ ਦੇ ਜਵਾਈ ਦੀ ਅਹਿਮੀਅਤ ਕੀ ਹੁੰਦੀ? ਬਿਲਕੁਲ, ਇਹੋ ਤੇ ਸਾਰੀ ਗੱਲ ਹੈ। ਉਹਨੂੰ ਇਗਨੋਰ ਕੀਤਾ ਨਹੀਂ ਜਾ ਸਕਦਾ ਨਾ। ਬਿਲਕੁਲ। ਜੇ ਵਿਰਸਾ ਸਿੰਘ ਜ਼ਬਰਦਸਤ ਹਮਲਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਬੋਲ ਰਿਹਾ ਜੀ, ਤੇ ਕੱਲ ਨੂੰ ਜਦੋਂ ਪਰਿਵਾਰ 'ਚ ਬਹਿ ਕੇ ਗੱਲ ਹੋਣੀ ਹੈ, ਬਿਲਕੁਲ, ਉਦੋਂ ਕੀ ਵਿਰਸਾ ਸਿੰਘ ਵਲਟੋਆ ਨੂੰ ਡਿਫੈਂਡ ਕਰੂ? ਕੋਈ ਕੌਣ ਕਰੂ? ਨੰਬਰ 1। ਸਹੀ ਗੱਲ। ਨੰਬਰ 2, ਜਦੋਂ ਇਸ ਲੜਾਈ ਦੇ ਵਿੱਚ ਜੇ ਮੰਨ ਲਓ ਵੱਡੇ ਘਰ ਦੇ ਵਿੱਚ ਕੋਈ ਵੱਡਾ ਸ਼ਖਸ ਇਹ ਕਵੇ
ਕਿ ਚੱਲ ਭਈ ਤੂੰ ਮਾਝੇ 'ਚ ਰਾਜਨੀਤੀ ਕਰ। ਜੀ ਜੇ ਤੁਸੀਂ ਸਟੇਟ ਦੀ ਰਾਜਨੀਤੀ ਕਰ ਰਹੇ ਹੋਵੋ, ਜੀ ਜੇ ਕੋਈ ਵਿਅਕਤੀ ਇੱਕ ਖਿੱਤੇ ਚੋਂ ਨਿਕਲ ਕੇ ਪੂਰੇ ਪ੍ਰਦੇਸ਼ ਦੇ ਵਿੱਚ ਕਿਸੇ ਪਾਰਟੀ ਦਾ ਚਿਹਰਾ ਬਣ ਰਿਹਾ ਹੋਵੇ ਜੀ ਤੇ ਉਹਨੂੰ ਤੁਸੀਂ ਉਹਦੇ ਖਿੱਤੇ 'ਚ ਹੀ ਘੇਰਨਾ ਹੋਵੇ, ਹਾਂ ਤੁਸੀਂ ਗੱਲ ਸਮਝਦੇ ਮੇਰੀ? ਬਿਲਕੁਲ ਬਿਲਕੁਲ ਦੋਸਤ ਵੀ ਸਮਝਦੇ ਹੋਣਗੇ ਕਿ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਐਵੇਂ ਦੀ ਰਹੀ ਹੈ ਕਿ ਉਹਨਾਂ ਨੇ ਗਾਏ ਬਗਾਏ ਨੌਜਵਾਨਾਂ ਨੂੰ ਬੜੇ ਤਲਖ ਲਫ਼ਜ਼ਾਂ 'ਚ ਤੇ ਮਜ਼ਾਹੀਆ ਲਹਿਜੇ 'ਚ ਕਿਹਾ ਕਿ ਅਸੀਂ ਕੁਰਬਾਨੀਆਂ ਦੇ ਕੇ ਆਏ ਆ, ਤੁਹਾਨੂੰ ਥਾਲੀ 'ਚ ਪਰੋਸਿਆ ਮਿਲ ਗਿਆ। ਬਿਲਕੁਲ ਸਹੀ ਕਿਹਾ ਵੱਖ-ਵੱਖ ਸਹੀ ਗੱਲ ਹੈ, ਸਹੀ ਗੱਲ। ਕਿ ਅੱਜ ਫਿਰ ਉਸ ਤਰ੍ਹਾਂ ਦੀ ਰਾਜਨੀਤੀ ਨੂੰ ਥੰਮਣ ਲਈ ਪਰਿਵਾਰ ਦਾ ਇੱਕ ਹੋਰ ਜੀ ਅੱਗੇ ਤੋਰਤਾ। ਬਿਲਕੁਲ ਸਹੀ ਗੱਲ ਹੈ। ਔਰ ਤੁਸੀਂ ਜੋ ਗੱਲ ਕਰਦੇ ਹੋ ਸਰ ਸੁਖਬੀਰ ਸਿੰਘ ਬਾਦਲ ਦੀ, ਜੀ 2008 ਦੇ ਵਿੱਚ ਉਹਨਾਂ ਨੂੰ ਪ੍ਰਧਾਨ ਬਣਾਇਆ। ਤੁਹਾਡੇ ਸਾਹਮਣੇ 2014 ਤੱਕ ਕੀ ਹੋਇਆ, 18 ਤੱਕ 17 ਤੱਕ, ਬਿਲਕੁਲ ਜਦੋਂ 18 ਦੇ ਵਿੱਚ ਆ ਕੇ ਅਚਨਚੇਤ ਬ੍ਰਹਮਪੁਰਾ ਸਾਹਿਬ ਬਾਹਰ ਹੋ ਗਏ ਪਾਰਟੀ ਚੋਂ। ਅਖੇ ਜੀ ਸਾਨੂੰ ਪੁੱਛਿਆ ਨਹੀਂ ਸੀ ਸੁਖਬੀਰ ਨੂੰ ਪ੍ਰਧਾਨ ਬਣਾਉਣ ਲਈ। ਉਸ ਤੋਂ ਬਾਅਦ ਢੀਂਡਸਾ ਸਾਹਿਬ ਆ ਗਏ ਤੇ ਆਖਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਸ ਦੇ ਨਾਲ ਖਲੋਤੇ? ਜੀ ਸੁਖਬੀਰ ਬਾਦਲ ਦੇ ਨਾਲ, ਪਰਿਵਾਰ ਨਾਲ ਖਲੋਤੇ ਨਾ। ਫਿਰ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਸੁਖਦੇਵ ਸਿੰਘ ਢੀਂਡਸਾ ਦੀ ਹੈਸੀਅਤ ਕੀ ਆ ਮੈਂਬਰ ਰਾਜ ਸਭਾ ਨੇ, ਜਾਂ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹੋ ਜਿਹੜੇ ਬ੍ਰਹਮਪੁਰਾ ਸਾਹਿਬ ਨੇ ਇਹ ਮਾਝੇ ਦੇ ਜਰਨੈਲ ਰਹੇ ਨੇ, ਮੈਂਬਰ ਪਾਰਲੀਮੈਂਟ ਨੇ। ਮੈਂ ਥੋੜਾ ਜਿਹਾ ਇਹਦੇ ਵਿੱਚ ਕੁਝ ਸ਼ਾਮਲ ਕਰੂੰਗਾ ਨਵੀਆਂ ਚੀਜ਼ਾਂ। ਜਦੋਂ ਇਹ ਸਾਰੇ ਲੋਕ ਬਾਹਰ ਆਉਂਦੇ ਆ, ਇਹ ਕਹਿ ਕੇ ਆਉਂਦੇ ਆ ਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਨਾਲ ਸਹਿਮਤ ਰਹੇ ਹਾਂ। ਬਿਲਕੁਲ ਅਸੀਂ ਸੁਖਬੀਰ ਨੂੰ ਬਣਾਉਣ ਵਾਲਿਆਂ 'ਚ ਸਾਰੇ ਸ਼ਾਮਲ ਸੀ। ਸਹੀ ਗੱਲ। ਲੇਕਿਨ ਫੈਸਲੇ ਗਲਤ ਹੋਏ। ਫੈਸਲੇ ਗਲਤ ਹੋਏ। ਇਹ ਸਾਰੇ ਨਵੀਂ ਰਾਜਨੀਤੀ ਨੌਜਵਾਨਾਂ ਵੱਲੋਂ ਆਪ ਭੁਤਰਾਪਣ ਦੇ ਖਿਲਾਫ ਬਾਹਰ ਆਏ। ਬਿਲਕੁਲ ਪਾਰਟੀ ਦੇ ਅੰਦਰ ਇਹਨਾਂ ਦੀ ਗੱਲ ਨਾ ਸੁਣੀ ਜਾਣ ਕਾਰਨ ਬਾਹਰ ਆਏ। ਜੀ ਸਾਰਿਆਂ ਨੇ ਗਾਏ ਬਗਾਏ ਇਹ ਕਿਹਾ ਕਿ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੋਈ ਨਹੀਂ ਸੁਣਦਾ। ਬਿਲਕੁਲ ਸਹੀ ਗੱਲ। ਇਹ ਸਾਰੇ ਇਹ ਸਮਝ ਕੇ ਆਏ ਸੀ ਕਿ ਹੁਣ ਸਾਡਾ ਦੌਰ ਪੁੱਗ ਗਿਆ। ਬਿਲਕੁਲ। ਲੇਕਿਨ ਇਹ ਭੁੱਲ ਗਏ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸੁਭਾਅ 'ਚ ਸ਼ਾਮਲ ਹੈ ਕਿ ਉਹ ਕਦੇ ਹਾਰ ਮੰਨਣ ਵਾਲਿਆਂ 'ਚ ਨਹੀਂ, ਖਾਸ ਤੌਰ ਤੇ ਰਾਜਨੀਤੀ 'ਚ। ਪੈਂਤੜਾ ਬਦਲਦੇ ਆ, ਪੈਂਤੜਾ ਬਦਲਦਿਆਂ ਕਈਆਂ ਨੂੰ ਔਰ ਪ੍ਰਕਾਸ਼ ਸਿੰਘ ਬਾਦਲ ਨੇ ਆਪ ਕਮਾਨ ਸੰਭਾਲ ਲਈ ਆ ਕੇ। ਇਸ ਵਾਰੀ ਜਦੋਂ ਇਹ ਸਭ ਵਾਪਰ ਰਿਹਾ ਸੀ ਉਦੋਂ ਇੱਕ ਚੀਜ਼ ਬੜੀ ਪ੍ਰਤੱਖ ਦਿਸਦੀ ਰਹੀ ਕਿ ਬ੍ਰਹਮਪੁਰਾ ਦੇ ਜਾਣ ਨੂੰ ਬਹੁਤ ਵੱਡਾ ਕੋਈ ਨੁਕਸਾਨ ਨਹੀਂ ਮੰਨਿਆ ਗਿਆ। ਇਹ ਪ੍ਰਕਾਸ਼ ਸਿੰਘ ਬਾਦਲ ਸਮਝਦੇ ਸੀ ਕਿ ਜਦੋਂ ਇਹ ਇੱਕ ਇੱਕ ਕਰਕੇ ਬਾਹਰ ਹੋਣਗੇ ਮੇਰਾ ਭਵਿੱਖ ਸੁਰੱਖਿਅਤ ਰਹੇਗਾ। ਵੱਡੇ ਚਿਹਰੇ ਪਾਸੇ ਚਲੇ ਜਾਣ ਫਰਕ ਨਹੀਂ ਪੈਂਦਾ। ਲੇਕਿਨ ਜਦੋਂ ਹੁਣ ਇਸ ਰਾਜਨੀਤੀ ਨੂੰ ਤੁਸੀਂ ਦੇਖ ਰਹੇ ਹੋ ਕਿ ਕੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਬਿਨਾਂ ਕਿਸੇ ਭੜਕਾਹਟ ਦੇ, ਬਿਨਾਂ ਕਿਸੇ ਲੋੜ ਦੇ ਸਰਗਰਮ ਹੋ ਰਿਹਾ, ਤੇ ਕੀ ਉਹ ਆਪਣੀ ਜਿਹੜੀ ਈਜ਼ੀ ਲਾਈਫ ਹੈ, ਕੰਫਰਟ ਜ਼ੋਨ ਆ, ਉਹਨੂੰ ਛੱਡਣ ਵੇਲੇ ਕਿਸੇ ਖਾਸ ਆਦੇਸ਼ ਦਾ ਪਾਲਣ ਕਰ ਰਹੇ? ਬਿਲਕੁਲ। ਕੀ ਉਹ ਮਾਝੇ ਦੇ ਬਾਕੀ ਹਲਕਿਆਂ ਦੇ ਵਿੱਚ ਵੀ ਜਾ ਰਹੇ? ਜੇ ਉਹ ਮਾਝੇ ਦੇ ਹਲਕਿਆਂ 'ਚ ਜਾ ਰਹੇ ਆ, ਤੇ ਆਖਰ ਕਿਸੇ ਖਾਸ ਟਾਰਗੇਟ ਤੋਂ ਜਾ ਰਹੇ? ਬਿਲਕੁਲ ਸਹੀ। ਕਿਸੇ ਖਾਸ ਏਰੀਏ ਦੇ ਵਿੱਚ ਕਿਸੇ ਖਾਸ ਵਿਅਕਤੀ ਦੀਆਂ ਸਰਗਰਮੀਆਂ ਨੂੰ ਠੱਲਣ ਲਈ ਕਰ ਰਹੇ ਆ, ਜਾਂ ਕਿਸੇ ਨੂੰ ਘਰ ਦੇ ਵਿੱਚ ਲੜਾਈ ਦੇ ਰਹੇ? ਹੁਣ ਇਹ ਸਵਾਲ ਵੱਡੇ ਨੇ ਜਿਨ੍ਹਾਂ ਨੂੰ ਰਾਜਨੀਤੀ ਸਮਝਣ ਲਈ ਜਿਹੜੇ ਸਿਆਸੀ ਵਿਸ਼ਲੇਸ਼ਕ ਹੈ ਡੂੰਗੀ ਨੀਝ ਲਾਈ ਬੈਠੇ ਕਿ ਕੀ ਪ੍ਰਕਾਸ਼ ਸਿੰਘ ਬਾਦਲ ਇੱਕ ਵਾਰੀ ਮੁੜ ਕੇ ਸਰਗਰਮ ਹੋ ਗਏ? ਬਿਲਕੁਲ। ਕੀ ਪ੍ਰਕਾਸ਼ ਸਿੰਘ ਬਾਦਲ ਇੱਕ ਵਾਰੀ ਸੁਖਬੀਰ ਬਾਦਲ ਨੂੰ ਫਿਰ ਅੱਗੇ ਵਧਾਉਣ ਲਈ ਪਿੱਛੋਂ ਪੂਰੀ ਗੇਮ ਸ਼ੁਰੂ ਕਰਨਗੇ? ਬਿਲਕੁਲ ਬਿਲਕੁਲ। ਕੀ ਇਹ ਰੰਗ ਦਾ ਸਭ ਤੋਂ ਬਿਹਤਰੀਨ ਪੱਤਾ ਹੈ ਜਿਹਨੂੰ ਅਸੀਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਮਝਦੇ? ਕੀ ਜਿਹੜੀ ਘਰ ਦੇ ਅੰਦਰ ਇੱਕ ਘਰ ਦੀ ਲੜਾਈ ਹੁੰਦੀ ਹੈ, ਕਿ ਇਹ ਉਸ ਲੜਾਈ ਦਾ ਹਿੱਸਾ ਹੈ? ਆਖਰ ਜਦੋਂ ਇਹ ਫੈਸਲੇ ਹੋਣਗੇ, ਜਦੋਂ ਇਹ ਪੈਚਅਪ ਹੋਣਗੇ, ਕਿਉਂਕਿ ਕੋਈ ਪਾਰਟੀ ਦੇ ਵਿੱਚ ਆਉਂਦਾ ਤੇ ਬਾਹਰ ਹੋ ਜਾਂਦਾ, ਲੇਕਿਨ ਘਰਾਂ ਦੇ ਵਿੱਚੋਂ ਬਾਹਰ ਘੱਟ ਕੋਈ ਹੁੰਦਾ। ਬਿਲਕੁਲ ਨਹੀਂ, ਬਿਲਕੁਲ ਨਹੀਂ। ਜਦੋਂ ਇਸ ਅੱਗ ਨੂੰ ਬੁਝਾਇਆ ਜਾਊਗਾ ਤੇ ਉਦੋਂ ਫਿਰ ਜਿਹੜੇ ਸੌਦੇ ਹੋਣਗੇ, ਸਮਝੌਤੇ ਹੋਣਗੇ, ਉਹ ਕਿਹੜੇ ਹੋਣਗੇ? ਗੱਲ ਤੇ ਫਿਰ ਉੱਥੇ ਹੀ ਹੈ ਨਾ ਕਿ ਆਪਣਿਆਂ ਨੂੰ ਥਾਪੜਾ ਹੋਏਗਾ ਜੀ ਤੇ ਦੂਜਿਆਂ ਨੂੰ ਝਿੜਕਾਂ ਹੋਣਗੀਆਂ। ਫਿਰ ਫੈਸਲਾ ਤੇ ਉੱਥੇ ਹੋਣਾ ਨਾ। ਲੇਕਿਨ ਸਰਦਾਰੀ ਜਿਹੜੀ ਆ ਕੀ ਘਰ ਚੋਂ ਬਾਹਰ ਨਹੀਂ ਕੱਢੀ ਜਾਏਗੀ? ਨਹੀਂ, ਸਰਦਾਰੀ ਘਰ ਦੇ ਅੰਦਰ ਹੀ ਰੱਖੀ ਜਾਏਗੀ। ਕਿ 15 ਤਰੀਕ ਵਾਲੇ ਦਿਨ ਜਦੋਂ ਸੁਖਬੀਰ ਸਿੰਘ ਬਾਦਲ ਖੇਮਕਰਨ ਹਲਕੇ ਦੀ ਵਿਰਸਾ ਸਿੰਘ ਵਲਟੋਆ ਵੱਲੋਂ ਰੱਖੀ ਰੈਲੀ ਨੂੰ ਸੰਬੋਧਨ ਕਰਨਗੇ, ਉਸ ਤੋਂ ਪਹਿਲਾਂ, ਉਹਨਾਂ ਦੇ ਬੋਲਣ ਤੋਂ ਪਹਿਲਾਂ, ਕੀ ਵਿਰਸਾ ਸਿੰਘ ਵਲਟੋਆ ਮੰਗ ਕਰਨਗੇ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਜੋ ਇੱਥੇ ਕਿਹਾ ਉਹਦੇ ਖਿਲਾਫ ਸੁਖਬੀਰ ਸਿੰਘ ਬਾਦਲ ਬੋਲਣ? ਤੇ ਕੀ ਸੁਖਬੀਰ ਸਿੰਘ ਬਾਦਲ
ਆਪਣੇ ਕਰੀਬੀ ਰਿਸ਼ਤੇਦਾਰ ਦੇ ਖਿਲਾਫ ਉਸ ਸਟੇਜ ਤੋਂ ਬੋਲ ਸਕਣਗੇ? ਦੇਖੋ ਗੱਲ ਤੇ ਫਿਰ ਉੱਥੇ ਹੋਈ ਕਿ ਇਹ ਸਵਾਲ, ਇਹ ਜੰਗ ਜਿਹੜੀ ਹੈ ਫਿਰ ਵਿਰਸਾ ਸਿੰਘ ਵਲਟੋਆ ਤੱਕ ਸੀਮਤ ਨਾ ਰਹੀ ਜੀ। ਜੇ ਇਸ ਜੰਗ ਨੂੰ ਵਾਕਿਆ ਹੀ ਸੁਖਬੀਰ ਵਰਸਸ ਆਦੇਸ਼ ਪ੍ਰਤਾਪ ਸਿੰਘ ਕੈਰੋਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਘਾਟੇ ਵਾਲਾ ਸੌਦਾ ਜਿਹੜਾ ਵਲਟੋਏ ਲਈ ਰਹਿ ਜਾਏਗਾ। ਮੈਨੂੰ ਹੋਰ ਸਮਝਾਓ ਕਿ ਜੇਕਰ ਨੈਗੋਸੀਏਸ਼ਨ ਹੁੰਦੀ ਹੈ, ਛੇ ਘਰ ਦੇ ਵਿੱਚ ਬਹਿ ਕੇ ਮਨ ਮਨੌਤਾਂ ਹੁੰਦੀਆਂ, ਛੇ ਜੇ 15 ਤੋਂ ਪਹਿਲਾਂ ਹੀ ਹੁੰਦੀਆਂ ਮੰਨ ਲਓ, ਛੇ ਤੇ ਜੇ ਇਹ ਕਿਹਾ ਜਾਊਗਾ ਕਿ ਮਾਝੇ ਦੇ 7 ਹਲਕਿਆਂ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਆਹ ਬੰਦੇ ਨੇ, ਇਹਨਾਂ ਨੂੰ ਮੋਬਿਲਾਈਜ਼ ਕਰਨਾ ਬੜਾ ਜ਼ਰੂਰੀ ਆ, ਮੰਨ ਲਓ ਜੀ ਸਰਪ੍ਰਸਤੀ ਹੁੰਦੀ ਹੈ, ਜੀ ਜੀ ਬੰਦੇ ਤੇ ਅਕਾਲੀ ਦਲ ਦੇ ਹੀ ਨੇ ਸਾਰੇ, ਲੇਕਿਨ ਲੋਕਲ ਧੜੇ ਬਣਾਤੇ ਗਏ। ਜੇ ਲੋਕਲ ਧੜਿਆਂ ਦੇ ਵਿੱਚ ਮੰਨ ਲਓ ਕੋਈ ਜੰਡਿਆਲਾ ਲਾ ਲਓ ਜਾਂ ਕਿਧਰੇ ਕੋਈ ਹੋਰ ਲਾ ਲਓ, ਜੇ ਉਹ ਸਾਰੇ ਹਲਕਿਆਂ ਦੇ ਵਿੱਚ ਇਹ ਮੰਨਿਆ ਜਾਵੇ ਕਿ ਤਰਨਤਾਰਨ ਦੇ ਨਾਲ-ਨਾਲ 5-6 ਹੋਰ ਹਲਕਿਆਂ ਦੇ ਵਿੱਚ ਆਦੇਸ਼ ਪ੍ਰਤਾਪ ਕੈਰੋਂ ਨਾਲ ਸੰਬੰਧਿਤ ਬੰਦੇ ਜਿਹੜੇ ਅਕਾਲੀ ਦਲ ਚ ਆਲਰੇਡੀ ਸਰਗਰਮ ਆ, ਉਹਨਾਂ ਨੂੰ ਮੋਬਿਲਾਈਜ਼ ਕੀਤਾ ਜਾਊਗਾ, ਤੇ ਫਿਰ ਮਾਝੇ ਦੀ ਜਰਨੈਲੀ ਤਾਂ ਨਾ ਰਹੀ, ਜਰਨੈਲੀ ਤੇ ਅੱਧ ਚ ਚਲੇਗੀ। ਬਿਲਕੁਲ। ਦੇਖੋ ਗੱਲ ਤੇ ਫਿਰ ਉੱਥੇ ਆ ਗਈ ਕਿ ਜਦੋਂ ਖੇਡ ਜਿਹੜੀ ਆ, ਪੱਤਾ ਜਿਹੜਾ ਆ ਉਹ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਹੱਥ 'ਚ ਹੈ। ਉਹਨਾਂ ਨੇ ਕਿਸ ਤਰ੍ਹਾਂ ਖੇਡਣਾ ਆ, ਕਿਹਨੂੰ ਸ਼ਹਿ ਦੇਣੀ ਹੈ, ਕਿਹਨੂੰ ਮਾਤ ਦੇਣੀ ਆ, ਉਹ 15 ਤੁਸੀਂ ਕਹਿੰਦੇ ਹੋ ਨਾ, ਮੈਂ ਤਾਂ ਕਹਿੰਦਾ ਕਿ ਮੰਚ ਦੇ ਉੱਤੇ ਹੀ ਫੈਸਲਾ ਹੋ ਸਕਦਾ, ਮੰਚ ਦੇ ਉੱਤੇ ਹੀ ਫੈਸਲਾ ਹੋ ਸਕਦਾ। ਕੋਈ ਜ਼ਰੂਰੀ ਨਹੀਂ ਕਿ ਸਾਰੇ ਜਿਹੜੇ ਲੋਕ ਸੱਦੇ ਜਾਣੇ ਨੇ ਉਹ ਵਿਰਸਾ ਸਿੰਘ ਵਲਟੋਆ ਦੇ ਸੱਦੇ ਤੇ ਆਉਣਗੇ ਜੀ, ਕੋਈ ਜ਼ਰੂਰੀ ਨਹੀਂ, ਪਿੱਛੋਂ ਵੀ ਹਦਾਇਤਾਂ ਆ ਜਾਂਦੀਆਂ ਹੁੰਦੀਆਂ ਨੇ ਕਿ ਭਾਈ ਵਾਪਸ ਹੋ ਜਾਓ ਘਰਾਂ ਨੂੰ। ਨਹੀਂ, ਹੁੰਦਾ ਇਹ ਹੈ ਕਿ ਜਦੋਂ ਕੋਈ ਵਿਅਕਤੀ ਵਿਸ਼ੇਸ਼ ਰੈਲੀ ਕਰ ਰਿਹਾ ਹੁੰਦਾ ਜੀ, ਉਹਦੇ ਵਿੱਚ ਉਹਦੇ ਵਫਾਦਾਰ ਤੇ ਉਹਦੇ ਹਮਦਰਦ ਸਮਰਥਕ ਬਿਲਕੁਲ ਆਉਂਦੇ ਨੇ। ਉਹ ਵਲਟੋਆ ਦੀ ਰੈਲੀ ਹੈ, ਉਹ ਹੁੰਦੀ ਆ ਜਾਂ ਨਹੀਂ ਹੁੰਦੀ, ਇਹ ਵੱਖਰੀ ਗੱਲ ਆ। ਜੇ ਨਹੀਂ ਹੁੰਦੀ ਤੇ ਵਿਰਸਾ ਸਿੰਘ ਵਲਟੋਆ ਦੀ ਕੀ ਸਥਿਤੀ ਰਹੂਗੀ? ਜੇ ਸੁਖਬੀਰ ਸਿੰਘ ਬਾਦਲ ਆਉਂਦੇ ਆ ਤੇ ਆ ਕੇ ਕੀ ਕਹਿਣਗੇ? ਜੇ ਨਹੀਂ ਆਉਂਦੇ ਤੇ ਉਸ ਸਥਿਤੀ 'ਚ ਵਿਰਸਾ, ਜੇ ਆ ਕੇ, ਜੇ ਸੁਖਬੀਰ ਸਿੰਘ ਬਾਦਲ ਹੀ ਆ ਕੇ ਕਹਿ ਦਿੰਦੇ ਨੇ ਕਿ ਇਹ ਸਾਡਾ ਘਰੇਲੂ ਮਸਲਾ ਹੈ, ਪਾਰਟੀ ਦਾ ਅੰਦਰੂਨੀ ਆ, ਜਿੱਦਾਂ ਆਮ ਸਿਆਸਤ ਕਹਿੰਦੀ ਆ ਵੀ ਭਾਈ ਇਹ ਇਸ ਵੇਲੇ ਨਹੀਂ, ਅਸੀਂ ਅਜੇ ਕੈਪਟਨ ਸਰਕਾਰ ਨਾਲ ਜੰਗ ਲੜਨੀ ਆ, ਘਰ ਵਿੱਚ ਨਹੀਂ, ਤੇ ਉੱਥੇ ਮਿੱਟੀ ਪੈ ਜਾਏਗੀ ਸਾਰੇ ਮਸਲੇ ਦੇ ਉੱਤੇ। ਨਹੀਂ, ਮਿੱਟੀ ਨਹੀਂ ਪਏਗੀ, ਕਿਉਂਕਿ ਇਹ ਰਿਸ਼ਤੇਦਾਰੀਆਂ ਦੇ ਮਾਮਲੇ ਆ, ਤੇ ਰਿਸ਼ਤੇਦਾਰੀਆਂ ਦੇ ਮਾਮਲੇ ਵੱਡਿਆਂ ਦੀ ਹਾਜ਼ਰੀ ਕਚਹਿਰੀ ਦੇ ਵਿੱਚ ਹੀ ਮੁੱਕਦੇ ਹੁੰਦੇ ਜੀ। ਗੱਲ ਜਵਾਈ ਦੀ ਆ, ਗੱਲ ਪੁੱਤ ਦੀ ਆ, ਜੀ, ਪੁੱਤ ਦੀ ਸਲਤਨਤ ਦੀ ਆ, ਤੇ ਗਾਂ ਉਹਦੇ ਰਿਸ਼ਤੇਦਾਰੀਆਂ ਦੀ ਆ। ਜੀ, ਫਿਰ ਇਹ ਘਰ ਦੇ ਵਿੱਚ ਗਹਿ ਗੱਚ ਬਹਿ ਕੇ ਨਿੱਠ ਸਰਕਾਰ ਕੇ ਹੋਊਗੀ। ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੀ ਦਹਾਕਿਆਂ ਵਾਲੀ ਰਾਜਨੀਤੀ ਨੂੰ ਅੱਗੇ ਤੋਰਨਗੇ, ਉਹ ਸਮਝਾਉਣ ਦੀ ਕੋਸ਼ਿਸ਼ ਕਰਨਗੇ, ਉਹ ਇਹ ਸਮਝਣਗੇ ਕਿ ਇਹ ਰਾਜਨੀਤੀ ਨੇ ਇਵੇਂ ਹੀ ਅੱਗੇ ਤੁਰਨਾ, ਤੇ ਕੀ ਸੁਖਬੀਰ ਸਿੰਘ ਬਾਦਲ ਉਸ ਗੱਲ ਨੂੰ ਮੰਨਣ ਤੋਂ ਇਨਕਾਰੀ ਹੋ ਸਕਣਗੇ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇੱਕ ਬਹੁਤ ਪੈਟ ਡਾਇਲਾਗ ਹੈ ਕਿ ਕਾਕਾ ਜੀ ਤੁਹਾਡੀ ਕੁਰਬਾਨੀ ਬਹੁਤ ਆ, ਮੇਰੀਆਂ ਮਜਬੂਰੀਆਂ ਬਹੁਤ ਆ। ਤੇ ਮਜਬੂਰੀਆਂ ਘਰ ਤੋਂ ਹੀ ਤੁਰਦੀਆਂ। ਬਿਲਕੁਲ। ਜਿਹਨੂੰ ਵੀ ਮਜਬੂਰੀ, ਜਿਹਨੂੰ ਵੀ ਉਹਨਾਂ ਨੇ ਥੋੜਾ ਜਿਹਾ ਕੁਛ ਨਹੀਂ ਦੇਣਾ, ਉਹਨਾਂ ਕਹਿਣਾ ਕਾਕਾ ਜੀ ਤੁਹਾਡੀ ਕੁਰਬਾਨੀ ਬਹੁਤ ਆ, ਮੇਰੀਆਂ ਮਜਬੂਰੀਆਂ ਬਹੁਤ ਆ। ਉਹ ਇਹਨਾਂ ਦੋ ਲਫ਼ਜ਼ਾਂ ਦੇ ਵਿੱਚ ਸਾਰੀ ਸਿਆਸਤ ਦਾ ਜਿਹੜਾ ਨਾ ਨਿਚੋੜ ਕੱਢ ਕੇ ਉਹਦੇ ਹੱਥ ਫੜਾਉਂਦੇ ਆ ਕਿ ਮੇਰਾ ਧਿਆਨ ਮੁੱਖ, ਤੁਸੀਂ ਨਹੀਂ ਚਾਹੁੰਦੇ ਕਿ ਮੈਂ ਮੁੱਖ ਮੰਤਰੀ ਬਣਾ, ਉਹਨਾਂ ਤੇ ਤਨਜਹਾ ਮਾਰਨੀ ਆ, ਤੁਸੀਂ ਨਹੀਂ ਚਾਹੁੰਦੇ ਵੀ ਕਾਕਾ ਜਿਹੜਾ ਮੁੱਖ ਮੰਤਰੀ ਬਣ ਜੇ। ਜਦੋਂ ਬੜਾ ਕੁਝ ਸਮਝਾਉਣਾ ਉਹਨਾਂ ਨੇ। ਤਾਸ਼ ਦੀ ਬਾਜੀ 'ਚ ਜੀ, ਹੁਕਮ ਦਾ ਯੱਕਾ ਬਿਲਕੁਲ, ਜਦੋਂ ਆਖਰੀ ਮੌਕੇ ਲਈ ਰੱਖਿਆ ਜਾਂਦਾ ਨਾ, ਜੀ, ਤੇ ਉਹ ਬਹੁਤੀ ਵਾਰੀ ਜਿੱਤ ਲੈ ਕੇ ਆਉਂਦਾ। ਲੁਕੋ ਕੇ ਰੱਖਿਆ ਜਾਂਦਾ, ਉਹਨੂੰ ਲੁਕੋ ਕੇ ਦੱਸਿਆ ਹੀ ਨਹੀਂ ਜਾਂਦਾ ਕਿ ਮੇਰੇ ਕੋਲ ਹੈ ਕੁਝ। ਜਦੋਂ ਉਹ ਬਾਜੀ ਇਹੋ ਜਿਹੇ ਪੱਤੇ ਨਾਲ ਖੇਡੀ ਗਈ ਹੋਵੇ, ਜਿਹਦੀ ਬਸਾਤ ਵੀ ਆਪੇ ਵਿਛਾ ਕੇ ਲੁਕਾ ਕੇ ਰੱਖੀ ਗਈ ਹੋਵੇ, ਉਸ ਜੰਗ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਹੋ ਜਿਹੇ ਪੱਤੇ ਵਾਲੇ ਜਿੱਤ ਜਾਂਦੇ। ਬਿਲਕੁਲ। ਸੋ ਇਹ ਜਿਹੜੀ ਤਿੱਖੀ ਲੜਾਈ ਸੀ, ਉਹਨੂੰ ਬੜੇ ਸੰਜਮ ਨਾਲ ਅੱਗੇ ਵਧਾਇਆ ਗਿਆ। ਬਿਲਕੁਲ। ਲੜਾਈ ਦਿਖਾਤੀ ਗਈ ਆ, ਰੌਲਾ ਪੂਰਾ ਪੈ ਗਿਆ, ਹੜਕੰਪ ਮੱਚ ਗਿਆ। ਇਹ ਕੀ ਹੋ ਗਿਆ? ਕਈ ਹਲਕਿਆਂ 'ਚ ਪਹਿਲਾਂ ਲੜਾਈ ਸੀ, ਪਰ ਹੁਣ ਜਦੋਂ ਇਹਨੂੰ ਸਮੇਟਿਆ ਜਾਊਗਾ ਤੇ ਉਸ ਸਮੇਟਣ ਦੇ ਵਿੱਚ ਕਈ ਕੁਝ ਨਸ਼ਰ ਹੋਊਗਾ। ਮਤਲਬ ਇਸ ਛੋਟੀ ਜਿਹੀ ਜਿਹੜੀ ਚਿਣਕ ਸੀ, ਉਹਨੂੰ ਬੜਾ ਵੱਡਾ ਸੰਕੇਤ ਦਿੱਤਾ ਆਲੇ ਦੁਆਲੇ। ਜੀ, ਕਈਆਂ ਨੂੰ ਹੋ ਸਕਦਾ ਉਸ ਜਿਹੜੀ ਅੱਗ ਜਿਹੜੀ ਬਾਹਰ ਜਿਹੜਾ ਜਿਹਨੂੰ ਕਿ ਚਾਨਣ ਹੋਇਆ, ਉਹਦੇ ਨਾਲ ਕਈਆਂ ਦੀ ਅੱਖਾਂ ਝੁੰਧਿਆ ਦੇਣ, ਤੇ ਕਈਆਂ ਨੂੰ ਲੱਗੇ ਕਿ ਨਹੀਂ ਚਾਨਣ ਸਹੀ ਹੋ ਰਿਹਾ। ਇੱਕ ਖਬਰ ਬੜੀ ਤੇਜ਼ੀ ਨਾਲ ਨਸ਼ਰ ਹੋ ਰਹੀ ਸੀ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਕਾਲੀ ਦਲ ਨੂੰ ਛੱਡ ਸਕਦੇ ਆ, ਉਹ ਕਿਸੇ ਹੋਰ ਪਾਰਟੀ 'ਚ ਜਾ ਸਕਦੇ ਆ। ਬਿਲਕੁਲ ਹਰਗਿਜ਼ ਨਹੀਂ, ਇਸ ਗੱਲ ਨੂੰ ਸੋਚਿਆ ਵੀ ਨਹੀਂ ਜਾ ਸਕਦਾ। ਇਸ ਸਥਿਤੀ ਦੇ ਵਿੱਚ, ਇਹ ਸਥਿਤੀ ਉਹ ਹੈ ਜਿਹਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਪਣਾ ਭਾਰ, ਆਪਣਾ ਤਵਾਜ਼ਨ ਦੇਖ ਰਹੇ ਨੇ। ਇਹ ਉਹ ਲੜਾਈ ਹੈ ਜਿਹੜੀ ਇੱਕ ਪਰਿਵਾਰ ਤੋਂ ਸਿੱਧਤ ਹੈ,
ਇਹ ਉਹ ਲੜਾਈ ਹੈ ਜਿਹੜੀ ਸਭ ਤੋਂ ਪਾਵਰਫੁਲ ਅਕਾਲੀ ਸਭਾ ਦੇ ਵਿੱਚ ਧਿਰਾਂ ਨੇ। ਇਹ ਉਹ ਲੜਾਈ ਹੈ ਜਿਹੜੀ ਲੜਾਈ ਕਿਸੇ ਹੋਰ ਵੱਲੋਂ ਲੜੀ ਨਹੀਂ ਜਾ ਸਕਦੀ, ਸਿਰਫ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੀ ਲੜ ਸਕਦੇ ਆ। ਔਰ ਜੇ ਉਹ ਲੜ ਸਕਦੇ ਆ ਤੇ ਉਹਨਾਂ ਦੇ ਪਿੱਛੇ ਕੌਣ ਨੇ ਇਹ ਤੁਹਾਨੂੰ ਵੀ ਪਤਾ। ਜੇ ਉਹਨਾਂ ਦੇ ਪਿੱਛੇ ਕੋਈ ਨਾ ਵੀ ਹੋਵੇ ਤੇ ਇੱਕ ਰਿਸ਼ਤੇ ਦੀ ਆਪਣੀ ਤੌਰ ਤਰੀਕੇ ਹੁੰਦੇ ਆ। ਬਿਲਕੁਲ, ਇੱਕ ਪਕੀਜ਼ਗੀ ਜਿਹੜੀ ਆ, ਇੱਕ ਰੁਤਬੇ ਦੀ ਪਕੀਜ਼ਗੀ ਜਿਹੜੀ ਆ ਉਹ ਵੀ ਮੰਨੀ ਜਾਏਗੀ। ਲੇਕਿਨ ਫਿਰ ਹੁਣ ਜਦੋਂ ਜੰਗ ਛੇੜੀ ਪਈ, ਕਹਿੰਦੇ ਗੱਲ ਤੋਰਨੀ ਤੇ ਨਹੀਂ ਸੀ, ਗੱਲ ਤੋਰ ਦੇ ਵੀ ਕਿਹਦੇ ਨਾਲ, ਚਲੋ ਤੁਰ ਪਈ ਤੇ ਤੁਰੀ ਚ ਸੁਣਾਇਆ ਗਿਆ। ਤੇ ਉਹਦੇ ਵਿੱਚ ਇਹ ਹੈ ਕਿ ਇਸ ਲੜਾਈ ਨੇ ਦਿਲਚਸਪ ਦਿਸ਼ਾ 'ਚ ਜਾਣਾ, ਰੌਚਕਤਾ ਵਧੂਗੀ। ਅਕਾਲੀ ਸਭਾ ਦੇ ਵਿੱਚ ਬਹੁਤ ਸਾਰੇ ਲੋਕ ਟਿਕਟਕੀ ਲਾ ਕੇ ਤੱਕਦੇ ਰਹਿਣਗੇ ਕਿ ਇਹਦੀ ਸੇਕ ਜਾਂ ਇਹਦਾ ਨਿੱਘ ਮਾਣ ਲਈਏ। ਇਹਨਾਂ ਧੜਿਆਂ ਦੇ ਵਿੱਚ ਜੁੜਨਾ ਵੀ ਲੋਕ ਚਾਹਣਗੇ, ਟੁੱਟਣਾ ਵੀ ਚਾਹਣਗੇ। ਕੁਝ ਸਾਹਮਣੇੋਂ ਨਜ਼ਰ ਆਉਣਗੇ, ਕੋਈ ਲੁਕ ਛਿਪ ਕੇ ਮਿਲਣਗੇ। ਵਿਸਥਾਰ ਹੋਊਗਾ। ਜਿਹੜੇ ਸਤੇ ਹੋਏ ਨੇ, ਦੁਖੀ ਹੋਏ ਨੇ, ਉਹ ਦੂਜੀ ਕਾਰਨਰ ਤੇ ਚਲੇ ਜਾਣਗੇ। ਇੱਕ ਤੋਂ ਵੱਧ ਆਪਸ਼ਨਸ ਦਾ ਹੋਣਾ ਲੋਕਾਂ ਲਈ ਸਿਆਸਤ ਵਿੱਚ ਇੱਕ ਵਰਦਾਨ ਵਾਂਗ ਹੁੰਦਾ ਜੀ। ਪਾਕਿਸਤਾਨੀ ਗਾਇਕ ਦਾ ਇੱਕ ਬੋਲ ਹੈ ਕਿ ਢੱਕ ਪਰਦੇ ਉਹਨਾਂ ਤੱਤੀਆਂ ਦੇ ਜਿਨ੍ਹਾਂ ਹੱਥੀ ਚੰਨ ਦਫਨਾਏ। ਹੈ ਤਾਂ ਉਦਾਸੀ ਵਾਲਾ ਹੈ, ਪਰ ਸੱਚ ਇਹੀ ਹੈ ਕਿ ਬੜੇ ਸਾਰਿਆਂ ਨੇ ਆਪਣੇ ਜਿਹੜੇ ਅੰਦਰ ਦੇ ਵਲਵਲੇ ਦੱਬ ਕੇ ਰੱਖੇ ਸੀ, ਉਹਨਾਂ ਨੂੰ ਮੰਚ ਮਿਲ ਜੂ, ਉਹਨਾਂ ਨੂੰ ਇੱਕ ਕੋਠੀ ਹੋਰ ਮਿਲ ਜੂ, ਕੈਰੋਂ ਵੱਲੋਂ ਜਾਂਦੇ ਰਾਹਾਂ ਤੇ ਰੌਣਕ ਵੱਧ ਜੂ। ਹਾਂਜੀ, ਤੇ ਹੁਣ ਦੇਖਣਾ ਇਹ ਹੈ ਕਿ ਅਕਾਲੀ ਰਾਜਨੀਤੀ ਦੇ ਧਨੰਤਰ ਵੱਡੇ ਇਹਨੂੰ ਸਿੱਝਦੇ ਕਿਵੇਂ ਆ, ਇਸ ਰੌਲੇ ਨੂੰ ਥੰਮਦੇ ਕਿਵੇਂ ਆ, ਤੇ ਫਿਰ ਪੰਜਾਬ ਦੇ ਚਿੱਤਰਪਟ ਦੇ ਉੱਤੇ ਸੁਖਬੀਰ ਬਾਦਲ ਦੇ ਸਮਾਨਾਂਤਰ ਜਿਹੜੇ ਹੋਰ ਚਿਹਰੇ ਅੱਗੇ ਵੱਧ ਰਹੇ ਨੇ, ਉਹਨਾਂ ਲਈ ਕਿਸ ਤਰ੍ਹਾਂ ਦਾ ਪ੍ਰਭਾਵ ਰਹੂਗਾ। ਔਰ ਟੀਚਾ ਰਹੇਗਾ 2022। ਪ੍ਰਸੰਗ ਦਿਲਚਸਪ ਹੈ, ਇਹਨੂੰ ਤੁਸੀਂ ਆਪਣੀ ਟੋਨ ਤੇ ਧੁਨ ਦੇ ਵਿੱਚ ਸੁਣ ਲਿਆ ਜੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।